ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਚੌਪਈ ਸਾਹਿਬ ਦੇ 23ਵੀਂ ਪੌੜੀ ਤੱਕ ਆਪਾਂ ਰਲ ਮਿਲ ਕਰਕੇ ਕੱਲ ਵਿਚਾਰ ਕੀਤੀ ਸੀ, ਨਾਲ ਪਾਠ ਕੀਤਾ ਸੀ। ਆਓ ਅਗਾਂਹ ਦੀ ਪਹਿਲਾਂ ਪੌੜੀ ਦਾ ਪਾਠ ਕਰੀਏ, ਫਿਰ ਜਿਵੇਂ ਸਤਿਗੁਰੂ ਜੀ ਸੁਮਤ ਬਖਸ਼ਣਗੇ ਆਪਾਂ ਰਲ ਮਿਲ ਕਰਕੇ ਵਿਚਾਰ ਕਰਾਂਗੇ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਜਿਨ ਨਰ ਨਾਮ ਤਿਹਾਰੋ ਕਹਾ। ਦਾਰਦ ਦੁਸ਼ਟ ਦੁਖ ਤੇ ਰਹਾ, ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਬਖਸ਼ਿਸ਼ ਕਰ ਰਹੇ ਹਨ ਕਿ हे ਪ੍ਰਭੂ, ਜਿਸ ਤੇਰੇ ਪਿਆਰ ਵਾਲੇ ਨੇ, ਕਿਸੇ ਜੀਵ ਨੇ ਤੈਨੂੰ ਇੱਕ ਵਾਰ ਵੀ ਯਾਦ ਕੀਤਾ ਹੈ, ਤੇਰਾ ਨਾਮ ਜਪਿਆ ਹੈ, ਤੂੰ ਉਸ ਦੇ ਉੱਤੇ ਮਿਹਰਬਾਨ ਹੋਇਆ ਹੈ ਅਤੇ ਕਾਲ ਫਾਸਤੇ ਤਾਹੇ ਉਬਾਰਾ। ਤੂੰ ਉਸਨੂੰ ਜਿਹੜਾ ਸਮੇਂ ਦੀ ਫਾਹੀ ਹੈ ਉਸ ਤੋਂ ਬਾਹਰ ਕੱਢ ਲਿਆ ਹੈ। ਕਾਲ ਤੋਂ ਭਾਵ ਹੈ ਸਮਾਂ, ਅਤੇ ਸਮੇਂ ਤੋਂ ਭਾਵ ਹੈ ਜਿਹੜਾ ਜਨਮ ਮਰਨ ਦੇ ਗੇੜ ਵਾਲਾ ਸਮਾਂ ਹੈ, ਉਸ ਤੋਂ ਬਾਹਰ ਕੱਢ ਕੇ ਆਪਣੇ ਚਰਨਾਂ ਦੇ ਵਿੱਚ ਢੋਈ ਬਖਸ਼ ਦਿੱਤੀ ਹੈ। ਜਿਨ ਨਰ ਨਾਮ ਤਿਹਾਰੋ ਕਹਾ, ਇਸ ਨੂੰ ਅਸੀਂ ਜਿਨ-ਨਰ ਪੜ੍ਹਦੇ ਹਾਂ। ਜੇ ਜਿਨ-ਨਰ ਪੜ੍ਹਾਂਗੇ ਤਾਂ ਇਸ ਦਾ ਅਸੀਂ ਕੋਈ ਮਤਲਬ ਨਹੀਂ ਕੱਢ ਕੇ ਦੱਸ ਸਕਦੇ ਕਦੇ ਵੀ, ਅਤੇ ਜੇ ਜਿਨ ਅਤੇ ਨਰ ਅਲੱਗ ਪੜ੍ਹਾਂਗੇ ਅਤੇ ਫਿਰ ਇਸ ਦਾ ਅਰਥ ਆਪਣੇ ਆਪ ਸਪਸ਼ਟ ਹੈ ਕਿ ਜਿਸ ਨਰ ਨੇ, ਜਿਸ ਜੀਵ ਨੇ हे ਪ੍ਰਭੂ ਤੇਰਾ ਨਾਮ ਜਪਿਆ, ਜਿਨ ਨਰ ਨਾਮ ਤਿਹਾਰੋ ਕਹਾ, ਤੁਹਾਰੋ ਨਹੀਂ ਤਿਹਾਰੋ ਕਹਾ, ਤੁਹਾਡਾ ਨਾਮ ਜਪਿਆ, ਉਸ ਮਨੁੱਖ ਦੇ ਜੀਵਨ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਦਾ, ਦੁਸ਼ਟਾਂ ਦਾ ਜਿਹੜਾ ਡੇਰਾ ਸੀ, ਦੁੱਖ ਸੀ, ਉਹ ਖਤਮ ਹੋ ਗਿਆ। ਦਾਰਿਦ ਤੋਂ ਭਾਵ ਹੈ ਦਰਿਦਰਤਾ, ਭਾਵ ਗਰੀਬੀ। ਦੁਸ਼ਟ ਭਾਵ ਜਿਹੜੇ ਦੁਸ਼ਟ ਜ਼ੁਲਮ ਕਰਨ ਵਾਲੇ ਸਨ, ਉਹਨਾਂ ਤੋਂ ਵੀ ਖਹਿੜਾ ਛੁੱਟ ਗਿਆ। ਦੁੱਖ, ਜੀਵਨ ਦੇ ਦੁੱਖਾਂ ਕਲੇਸ਼ਾਂ ਤੋਂ ਵੀ ਉਸਦਾ ਛੁਟਕਾਰਾ ਹੋ ਗਿਆ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਇਸ ਦਾ ਪਾਠ ਖੜਗ ਕੇਤ ਮੈਂ ਸ਼ਰਨ ਤਿਹਾਰੀ ਨਹੀਂ ਕਰਨਾ। ਖੜਗ ਕਹਿੰਦੇ ਆ ਕਿਰਪਾਨ ਨੂੰ, ਕੇਤ ਕਹਿੰਦੇ ਹਨ ਝੰਡੇ ਨੂੰ। ਪਿੱਛੇ ਅਸੀਂ ਪੜ੍ਹ ਕੇ ਅਸਤੁਜ ਭਾਵ ਸ਼ਸਤਰ ਰੂਪੀ ਝੰਡਾ, ਅਤੇ ਕੇਤ ਭਾਵ ਅਕਾਲ ਪੁਰਖ ਪਰਮਾਤਮਾ ਜਿਸ ਦੇ ਹੱਥ ਦੇ ਵਿੱਚ ਕਿਰਪਾਨ ਹੈ। हे ਪ੍ਰਭੂ, ਮੈਂ ਤੇਰੀ ਸ਼ਰਨ ਆਇਆ ਹਾਂ, ਆਪ ਹੱਥ ਦੇ ਲਿਓ ਉਬਾਰੀ। ਕਿਰਪਾ ਕਰਕੇ ਆਪਣਾ ਮੇਰਾ ਭਰਿਆ ਹੱਥ ਮੇਰੇ ਉੱਤੇ ਰੱਖੋ ਅਤੇ ਮੈਨੂੰ ਇਸ ਭਵਜਲ ਸਾਗਰ ਤੋਂ, ਸੰਸਾਰ ਸਾਗਰ ਤੋਂ ਉਬਾਰ ਲਓ, ਪਾਰ ਉਤਾਰਾ ਕਰ ਦਿਓ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲੇਹ ਬਚਾਈ। हे ਪ੍ਰਭੂ ਜੀ, ਤੁਸੀਂ ਕਿਰਪਾ ਕਰੋ, ਸਾਰੀਆਂ ਥਾਵਾਂ ਦੇ ਉੱਤੇ ਮੇਰੇ
ਸਹਾਈ ਹੋਣਾ ਕਰੋ, ਭਾਵ ਹਰ ਥਾਂ ਦੇ ਉੱਤੇ ਮੇਰੇ ਸੰਗੀ ਬਣ ਕੇ, ਰਖਵਾਲੇ ਬਣ ਕੇ ਰਹੋ ਅਤੇ ਕਿਰਪਾ ਕਰਕੇ ਮੈਨੂੰ ਦੁਸ਼ਟਾਂ ਤੋਂ, ਦੁੱਖਾਂ ਕਲੇਸ਼ਾਂ ਤੋਂ ਬਚਾ ਲਵੋ। ਸਵਈਆ ਇਸ ਦੇ ਅੰਦਰ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਪਾਏ ਗਹਿ ਜਬ ਤੇ ਤੁਮਰੇ, ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਹੇ ਪ੍ਰਭੂ, ਜਦੋਂ ਤੋਂ ਮੈਂ ਤੁਹਾਡੇ ਚਰਨ ਪਕੜੇ ਹਨ, ਪਾਏ ਗਹੇ, ਗਹੇ ਤੋਂ ਭਾਵ ਹੈ ਪਕੜੇ, ਜਦੋਂ ਤੋਂ ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜ ਗਿਆ, ਤੁਹਾਡੇ ਚਰਨ ਫੜ ਲਏ ਹਨ, ਤਬ ਤੇ ਉਸ ਸਮੇਂ ਤੋਂ ਲੈ ਕੇ ਕੋਊ ਆਂਖ ਤਰੇ ਨਹੀਂ ਆਨਿਓ। ਤਰੇ ਤੋਂ ਭਾਵ ਹੈ ਥੱਲੇ। ਜਦੋਂ ਤੋਂ ਮੈਂ ਤੁਹਾਡੇ ਚਰਨ ਫੜ ਲਏ ਹਨ, ਉਸ ਤੋਂ ਬਾਅਦ ਮੇਰੇ ਅੱਖ ਦੇ ਥੱਲੇ ਕਿਸੇ ਹੋਰ ਦੇ ਪ੍ਰਤੀ ਸ਼ਰਧਾ, ਕਿਸੇ ਹੋਰ ਦੇ ਪ੍ਰਤੀ ਜਿਹੜਾ ਹੈ ਉਹ ਪੂਜਾ ਕਰਨ ਦਾ ਮਨ ਅੰਦਰ ਬਲਬਲਾ ਜਾਂ ਸਵਾਲ ਜਾਂ ਸ਼ੰਕਾ ਨਹੀਂ ਉੱਠਿਆ ਕਿ ਮੈਂ ਪ੍ਰਭੂ ਤੇਰੇ ਤੋਂ ਬਿਨਾਂ ਕਿਸੇ ਹੋਰ ਦੀ ਵੀ ਪੂਜਾ ਕਰਾਂ, ਕਿਸੇ ਹੋਰ ਨੂੰ ਵੀ ਧਿਆ ਲਵਾਂ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਗੁਰੂ ਪਿਆਰ ਵਾਲਾ ਹੈ, ਜਦੋਂ ਉਸਨੇ ਇੱਕ ਵਾਰ ਆਪਣੇ ਗੁਰੂ ਦੇ ਨਾਲ ਪ੍ਰੀਤ ਪਾ ਲਈ, ਆਪਣੇ ਗੁਰੂ ਦੇ ਚਰਨ ਫੜ ਲਏ, ਮੁੜ ਕੇ ਫਿਰ ਹੋਰ ਕਿਸੇ ਦੇ ਚਰਨਾਂ ਦੇ ਉੱਤੇ ਉਸਦਾ ਸਿਰ ਨਹੀਂ ਡਿੱਗਿਆ। ਅਤੇ ਜਿਹੜਾ ਡਿੱਗਦਾ ਹੈ ਕਿ ਗੁਰਦੁਆਰੇ ਮੱਥਾ ਵੀ ਟੇਕਿਆ ਹੈ, ਹੋਰ ਥਾਵਾਂ ਦੇ ਉੱਤੇ ਜਾ ਕੇ ਨੱਕ ਵੀ ਰਗੜ ਲਏ, ਹੱਥਾਂ 'ਤੇ ਮੌਲੀਆਂ ਵੀ ਬੰਨ੍ਹ ਲਈਆਂ, ਕਾਲੇ ਧਾਗੇ ਵੀ ਬੰਨ੍ਹ ਲਏ, ਨਗਾਂ ਵਾਲੀਆਂ ਮੁੰਦੀਆਂ ਵੀ ਪਾ ਲਈਆਂ, ਪੰਡਤ ਵੀ ਨਹੀਂ ਛੱਡੇ, ਥਿੱਤੀ ਵਾਰ ਵੀ ਸੇਵਦੇ ਹਾਂ, ਗ੍ਰਹਿ ਨਛੱਤਰ ਵੀ ਦੇਖਣੇ ਹਨ, ਸਰਾਧ ਵੀ ਦੇਖਣੇ ਹਨ, ਹੋਰ ਸਾਰਾ ਕੁਝ ਜੋ ਕਲਗੀਧਰ ਪਾਤਸ਼ਾਹ 10 ਗੁਰੂ ਸਾਹਿਬਾਨਾਂ ਨੇ ਮਨ੍ਹਾ ਕੀਤਾ ਉਹ ਵੀ ਕਰਨਾ ਹੈ। ਅਤੇ ਉਸ ਤੋਂ ਬਾਅਦ ਵੀ ਅਸੀਂ ਸਿੱਖ ਹਾਂ। ਇਹ ਦੋਨੋਂ ਗੱਲਾਂ ਬਰਾਬਰ ਨਹੀਂ ਹੋ ਸਕਦੀਆਂ, ਕਿਉਂਕਿ ਅਸੀਂ ਸੰਸਾਰਿਕ ਜੀਵ ਹਾਂ। ਜਦੋਂ ਕਿਸੇ ਇਸਤਰੀ ਦਾ ਕਿਸੇ ਪੁਰਸ਼ ਦੇ ਨਾਲ ਵਿਆਹ ਹੁੰਦਾ ਹੈ, ਆਨੰਦ ਕਾਰਜ ਹੁੰਦਾ ਹੈ, ਅਤੇ ਉਸ ਦਿਨ ਤੋਂ ਬਾਅਦ ਉਸ ਇਸਤਰੀ ਦਾ ਜਿਹੜਾ ਪਤ ਦਾ ਰਾਖਾ ਸੰਸਾਰਿਕ ਤੌਰ 'ਤੇ ਉਸਦਾ ਖਸਮ ਹੁੰਦਾ ਹੈ, ਉਸਦਾ ਘਰ ਵਾਲਾ ਹੁੰਦਾ ਹੈ। ਅਤੇ ਜੇ ਉਹ ਇਸਤਰੀ ਆਪਣੇ ਘਰ ਵਾਲੇ ਦੇ ਨਾਲ ਵਿਆਹ 'ਤੇ ਹੋ ਗਿਆ ਪਰ ਪ੍ਰੀਤਾਂ ਕਿਸੇ ਹੋਰ ਦੇ ਨਾਲ ਪਾਈ ਫਿਰੇ, ਅਤੇ ਕੀ ਉਹ ਇਸਤਰੀ ਸਨਮਾਨਯੋਗ ਹੋ ਸਕਦੀ ਹੈ? ਉਸਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਦੁਹਾਗਣ ਲਿਖਿਆ ਹੈ। ਅਤੇ ਜੇ ਅਸੀਂ ਇੱਕ ਮਾਲਕ ਮੰਨ ਕੇ, ਇੱਕ ਗੁਰੂ ਨੂੰ ਮੰਨ ਕੇ ਅਤੇ ਵਿਸ਼ਵਾਸ ਹੋਰਾਂ ਥਾਵਾਂ 'ਤੇ ਰੱਖੀ ਫਿਰਾਂਗੇ, ਅਤੇ ਫਿਰ ਅਸੀਂ ਵੀ ਇੱਕ ਮਾਲਕ ਦੇ ਪੁੱਤ ਨਹੀਂ ਹੋ ਸਕਦੇ। ਅਸੀਂ ਵੀ ਫਿਰ ਦੁਹਾਗਣਾ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਸਾਡੇ ਉੱਤੇ ਵੀ ਸਾਡੇ ਮਾਲਕ ਦੀ ਖੁਸ਼ੀ ਨਹੀਂ ਹੋ ਸਕਦੀ। ਇਸ ਲਈ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਪ੍ਰਭੂ, ਜਦੋਂ ਤੋਂ ਮੈਂ ਤੁਹਾਡੇ ਚਰਨ ਫੜੇ ਹਨ, ਉਦੋਂ ਤੋਂ ਲੈ ਕੇ ਕੋਊ ਆਂਖ ਤਰੇ ਨਹੀਂ ਆਨਿਓ। ਇੱਕ ਹੈ ਅੱਖ ਥੱਲੇ ਆਉਣਾ ਅਤੇ ਇੱਕ ਹੈ ਨੱਕ ਥੱਲੇ ਆਉਣਾ। ਅੱਖ ਥੱਲੇ ਆਉਣਾ ਭਾਵ ਕਿ ਆਪਣੇ ਗੁਰੂ ਨੂੰ ਛੱਡ ਕੇ ਦੂਜਿਆਂ ਦੇ ਉੱਤੇ ਭਰੋਸਾ ਰੱਖੀ ਛੱਡਣਾ, ਅਤੇ ਨੱਕ ਥੱਲੇ ਨਾ ਆਉਣਾ, ਆਪਣੇ ਆਪ ਨੂੰ ਵੱਡੇ ਹੰਕਾਰੀ ਸਮਝਣਾ ਕਿ ਮੈਂ ਬਹੁਤ ਵੱਡਾ ਹਾਂ, ਮੈਂ ਸਿਆਣਾ ਹਾਂ, ਅਤੇ ਮੈਂ ਕਿਸੇ ਦੂਸਰੇ ਦੀ ਸਿਆਣਪ ਨੂੰ ਮੰਨਦਾ ਹੀ ਨਹੀਂ। ਭਾਵ ਜਿਹੜਾ ਨੱਕ ਉੱਚਾ ਹੋਣਾ ਇਹ ਹੰਕਾਰ ਦੀ ਨਿਸ਼ਾਨੀ ਹੈ। ਅੱਖ ਦੇ ਥੱਲੇ ਕਿਸੇ ਦਾ ਆਉਣਾ ਭਾਵ ਅਸੀਂ ਦੁਚਿੱਤੇਪਨ ਦੇ ਵਿੱਚ ਹਾਂ। ਜੇ ਸਾਡੀਆਂ ਅੱਖਾਂ ਦੇ ਵਿੱਚ ਕੋਈ ਸਾਨੂੰ ਆਪਣੇ ਖਸਮ ਤੋਂ ਇਲਾਵਾ ਦੂਸਰਾ ਚੰਗਾ ਲੱਗਣ ਲੱਗ ਪਿਆ, ਸਾਡੀਆਂ ਅੱਖਾਂ ਦੇ ਵਿੱਚ ਆਉਣ ਲੱਗ ਪਿਆ, ਉਸ ਦਾ ਭਾਵ ਹੈ ਕਿ ਸਾਡੇ ਮਨ ਅੰਦਰ ਦੁਚਿੱਤਾਪਨ, ਦੁਹਾਗਣਾ ਵਾਲਾ ਭਾਵ ਜਿਹੜਾ ਹੈ ਆਉਣਾ ਸ਼ੁਰੂ ਹੋ ਗਿਆ। ਇਸ ਲਈ ਇਸ ਦਾ ਅਰਦਾਸ ਦੇ ਵਿੱਚ ਅਸੀਂ ਨਿਤਾ ਪ੍ਰਤੀ ਬੇਨਤੀ ਕਰਦੇ ਹਾਂ ਕਿ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਮਨ ਨੀਵਾਂ ਭਾਵ ਨਾਕਾ ਰੱਖਣ ਵਾਸਤੇ ਕਾਰਜ ਨਹੀਂ ਕਰਨਾ, ਆਪਣੇ ਮਨ ਨੂੰ ਨਿਮਰਤਾ ਦੇ ਵਿੱਚ ਲਿਆ ਕੇ ਜੀਵਨ ਬਤੀਤ ਕਰਨਾ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ। ਨਫ਼ਰਤ ਕਿਸੇ ਦੇ ਨਾਲ ਨਹੀਂ, ਤਿਰਸਕਾਰ ਕਿਸੇ ਦੇ ਨਾਲ ਨਹੀਂ ਕਰਨਾ, ਕਿਸੇ ਨੂੰ
अपमानित नहीं करना, पर जिहड़ा प्रेम ते विश्वास है वो अपने गुरु के चरणों के नाल ते प्रभु के चरणों के नाल जोड़ के रखना है। राम रहीम पुराण कुरान। राम हिंदू धर्म का पूजनीक है ते रहीम मुसलमान धर्म का पूजनीक है। पुराण हिंदू धर्म के धार्मिक ग्रंथ हैं ते कुरान जिहड़ा है मुसलमान धर्म का धार्मिक ग्रंथ है। पातशाह जी कृपा करते हैं। इहो जिहे अनेक कहें मत, मत शब्द तीन तरीके दे नाल आउंदा है। एक मम्मा ते तत्ता जिहड़ा इत्थे आया है वो मत मतंतरां की गल कीती है, भाव एक तो ज़्यादा दी। एक आउंदा है मम्मा तत्ते नूं औंकड़, वो एक दे वास्ते असीं जे किसी नूं कहीए तूं मतां ये काम ना करे नहीं तो तेरा नुकसान हो जाना, वो किसी नूं वार्निंग देण दे वास्ते, सावधान करन दे वास्ते है। एक आउंदा है मम्मा तत्ते नूं सिहारी, मत विच रतन जवाहर माणिक, जे एक गुर की सिख सुनी। मत भाव वो साडी बुद्ध दे वास्ते है। इत्थे कलगीधर पातशाह जी कृपा करदे हैं कि हे प्रभु राम रहीम पुराण कुरान अनेकां मत अनेकां तरह की सिक्ख्या दे रहे हैं, पर एक ना मानियो मैं किसी दी नहीं मनदा, मैं केवल ते केवल तुहाडी सिक्ख्या दे अनुसारी हो के, तुहाडे चरनां दी प्रीत दे अनुसारी हो के ही अपना जीवन बतीत करदा हाँ। सिमरित शास्त्र वेद सब बहु भेद कहें हम एक ना जाने। सिमरतियाँ धार्मिक ग्रंथ, शास्त्र भी धार्मिक ग्रंथ, वेद भी धार्मिक ग्रंथ। पातशाह जी कृपा करते हैं मतां मतांतरां दे जिहड़े धार्मिक ग्रंथ हैं वो बहुत सारे परमात्मा तेरे प्रति भेद दसदे हैं। कोई कहता है परमात्मा निर्गुण स्वरूप है, कोई कहता है परमात्मा सरगुण स्वरूप है, कोई कहता है परमात्मा पश्चिम वाले पासे है, कोई कहता दक्षिण वाले पासे है, कोई कहता कुदरत दे विच वसिया होया है तो कोई कहता पत्थर दे विच वसिया होया है। पातशाह जी कृपा करदे हन सिमरित शास्त्र वेद सब बहु भेद कहें, बहुत भेद दसदे हन परमात्मा तेरे बारे, पर हम एक ना जानियो। असीं जदों दा तुहाडे चरनां दे नाल प्यार पाया, मैं होर कोई भेद नूं मनदा ही नहीं, मैं हर थां दे उत्ते तैनूं ही रमिया होया, तैनूं ही वसिया होया जानदा हाँ। श्री असपान कृपा तुमरी कर मैं ना कहियो, सब तोहे बखानियो। श्री सन्मानयोग, श्रीमान श्रीमती असीं किसी दे वास्ते भी सन्मानयोग जो शब्द लिखते हाँ वो कलगीधर पातशाह जी कृपा करते हैं। अस तो भाव है अस्त्र कृपान, पान तो भाव है हथ। हे हथ विच फड़ कृपान धारी प्रभु, सत्कारयोग प्रभु कृपा तुमरी कर, जो तू कृपा कीती है मेरे उत्ते, जो तुसी रहमत कीती है साडे उत्ते, मैं ना कहियो सब तोहे बखानियो। मैं अपने कोलों कुछ भी नहीं किया, जो तुसी मेरे उत्ते कृपा करके मेरे मुख दे विचों ये बचन कढ़ाए हैं, ये बाणी उचारण करवाई है, ये तुहाडी ही कृपा दे नाल है। जो तुसी हुक्म कीता अखर लिखे सेई गावां, जो तुसी उपदेश किया मैं उहो जिहा ही बाणी नूं अगे उचार के संगतां तक सिखां तक पहुँचाया है। इस दे विच मेरा कुछ भी नहीं है। जदों असीं तप प्रसाद सवैये शुरू की सी बाणी, उस दे विच भी आया सी तप प्रसाद भाव तेरी कृपा। जाप साहिब दे विच भी अनेकां छंद आए जिस दे नाल लिखिया गया सी तप प्रसाद, हे प्रभु ये छंद ये बाणी मैं तेरी कृपा दे नाल उचारण की है। तो कलगीधर पातशाह जी कृपा करदे ने, पातशाह जी ये जड़ी बाणी उचारी है मैं तुहाडी मत के अनुसार उचारी है, इस दे विच मेरी मत या मेरी कोई भी सोच नहीं है। जो तुहाडा उपदेश है मैं उसे नूं ही सिखां तक पहुँचाया है। दोहरा सगल द्वार को छाड़ कै गहियो तुहारो द्वार, बाह गहें की लाज अस गोविंद दास तुहार। गोविंद भाव कलगीधर पातशाह महाराज जी ने इस बाणी को उचारण किया है। तो सतगुरु जी कृपा करते हैं प्रभु के चरणों विच
कि हे प्रभु जी मैं सारे द्वारे छड्ड के सारियां आसां छड्ड के केवल ते केवल गहिओ तुहारो द्वार। इसका उच्चारण गयो नहीं करना कि गयो तुहारो द्वार। जे गयो पढ़ांगे तो फिर आवेगा कि प्रभु जी मैं तुहाडे द्वारे ते चलिया गया। तो गल असीं इत्थे बैठ के कर रहे हैं प्रभु दे नाल, ते परमात्मा दा द्वारा होर किसी थां ते किवें हो सकता है। इसका उच्चारण करना है गहिओ। गहिओ तो भाव है फड़िया। पिछे आप पढ़िया सवेरे पाए गहे जब ते तुमरे। तो इत्थे भी पातशाह जी कृपा कर देन। पातशाह जी मैं सारे द्वारे छड्ड के सारियां आसां छड्ड के तुहाडे द्वारे नूं फड़ लिया है, तुहाडे चरनां दे नाल प्रीत पा लई है। ते हुण कृपा करो बाहें गहें की लाज अस। मैं अपनी बांह तुहानूं फड़ा दिती है। अब हम चली ठाकुर पैहार, जब हम शरण प्रभु की आई, राख प्रभु भावें मार। प्रभु जी मैं अपनी बांह तुहानूं फड़ा दिती है। हुण मैं सारा कुछ अपना तुहाडे अगे भेटा कर दिता है। तुहाडे दर दे नाल मैं जुड़ गया हाँ। कृपा करो हुण मेरी शरण आए दी लाज तुसी रखनी है, मेरी पत तुसी ढकनी है। गोबिंद दास तुहार दास गोबिंद तुहाडे शरण दे विच आ गया है। कलगीधर पातशाह महाराज जी ने इस बाणी दे अंदर एक कृपा रहमत की है। आओ इस अज दियां पंक्तियां दा पाठ करिए, फिर समाप्ति होवेगी। सतगुर पातशाह जी ने ये बचन इस बाणी दे अंदर उचारे हैं कि असीं एक दे नाल प्रीत पाउणी है। एक दे नाल जदों साडी प्रीत होवेगी तो फिर वो साडा राखा होवेगा। पातशाह जी की पावन बाणी का फरमान है कलगीधर पातशाह महाराज जी का ही कि एक चित जे एक छिन ध्यायो, काल फांस के बीच ना आयो। कि जिन्हें प्रभु तुहानू एक बार एक चित करके एक मन करके ध्या लिया, वो मुड़ के कदे काल दी फांस दे विच नहीं आउंदा। इत्थे पढ़िया असीं 24वीं पौड़ी दे अंदर कि एक बार जिन तुम्हें संभारा, काल फांस ते ताहें उबारा। भाव जदों एक बार कोई भावना करके प्रेम करके प्रभु नूं ध्याउणा लग शुरू करे तो मुड़ के परमात्मा उसदे उत्ते मेहरबान हुंदा है। मुड़ के उसनूं विषयां विकारां तो भी बचाउंदा है ते संसार सागर दे विच डुੱਬਣ तो भी बचा लैंदा है। सतगुरु जी कृपा करन। आओ रल के पाठ करिए जी। एक बार जिन तुम्हें संभारा, काल फांस ते ताहे उबारा। जिन नर नाम तिहारो कहा, दारिद दुष्ट दोख ते रहा। खड़ग केत मैं शरण तिहारी, खड़ग केत मैं शरण तिहारी। आप हाथ दे लेह उबारी, सरब ठौर मोह सहाई। दुष्ट दोख ते लेह बचाई, सवैया पाए गए जब ते तुमरे। तब ते को आँख तरे नहीं आन्यो, राम रहीम पुराण कुरान। अनेक कह मत एक न मान्यो, सिमृत शास्त्र वेद सब। बहु भेद कह हम एक न जान्यो,
श्री अस पान कृपा तुम्हारी कर, मैं न कहो सब तोहे बखान्यो। दोहरा सगल द्वार को छाड़ के, गयो तुहारो द्वार। बाएं गहे की लाज अस, गोविंद दास तुहार। सगल द्वार को छाड़ के, गयो तुहारो द्वार। बाहें गहें की लाज अस, गोविंद दास तुहार। वाहिगुरु जी का खालसा, वाहिगुरु।